ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਣੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਕਾਫੀ ਟਾਈਮ ਤੋਂ ਸਟੂਡੈਂਟ ਵੇਟ ਕਰ ਰਹੇ ਸੀ ਕਿ ਪੰਜਾਬ 'ਚ ਕਦੋਂ JBT ਦੀ ਪੋਸਟ ਆਉਣਗੀਆਂ, ਤਾਂ ਉਹ ਪੰਜਾਬ ਦੇ ਲੈਟਰ ਡੇਟ 30/7/2021 ਅਨੁਸਾਰ ਆ ਚੁੱਕੀਆਂ ਨੇ, ਜੋ ਕਿ ਟੋਟਲ ਪੋਸਟਾਂ ਹਨ 6635। ਇਹਦੇ ਵਾਸਤੇ ਇਹਨਾਂ ਨੇ ਟਾਈਮ ਰੱਖਿਆ ਔਨਲਾਈਨ ਕਰਨ ਦਾ 3 ਅਗਸਤ ਤੋਂ ਲੈ ਕੇ 18 ਅਗਸਤ ਦੇ ਵਿੱਚ, ਯਾਨੀ ਕਿ ਔਨਲਾਈਨ ਸਟਾਰਟਿੰਗ ਦੀ ਡੇਟ 3 ਅਗਸਤ ਅਤੇ ਕਲੋਜ਼ਿੰਗ ਦੀ 18 ਅਗਸਤ, ਯਾਨੀ ਕਿ ਟੋਟਲ 15 ਦਿਨ ਦਿੱਤੇ ਗਏ ਹੈ, ਜਿਸ ਵਿੱਚ ਤੁਸੀਂ ਆਪਣਾ ਫਾਰਮ ਔਨਲਾਈਨ ਕਰ ਸਕਦੇ ਹੋ। ਇਸ ਅਸਾਮੀਆਂ ਵਿੱਚ ਸਰਕਾਰ ਦੁਆਰਾ ਕੁਛ ਔਨਲਾਈਨ ਪ੍ਰੋਸੀਜਰ ਚੇਂਜ ਕੀਤੇ ਗਏ ਹੈ, ਯਾਨੀ ਕਿ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਕੁਛ ਬਦਲਾਵ ਕੀਤੇ ਗਏ ਜੋ ਕਿ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਤਾਂ ਸਾਰੀ ਵੀਡੀਓ ਬਿਨਾਂ ਸਕਿਪ ਕਰੇ ਦੇਖਣ ਦੀ ਕੋਸ਼ਿਸ਼ ਕਰਿਓ, ਤਾਂ ਕਿ ਸਾਰੀ ਚੀਜ਼ਾਂ ਸਮਝ ਆ ਸਕਣ ਅਤੇ ਤੁਹਾਨੂੰ ਇਨ ਫਿਊਚਰ ਅੱਗੇ ਭਰਤੀ ਵਿੱਚ ਥੋੜ੍ਹਾ ਆਸਾਨੀ ਹੋ ਸਕੇ। ਜਿਵੇਂ ਕਿ ਕੈਟਾਗਰੀ ਵਾਈਜ਼ ਪੋਸਟਾਂ ਡਿਵਾਈਡ ਕੀਤੇ ਗਏ ਨੇ ਮੇਲ ਅਤੇ ਫੀਮੇਲ ਵਿੱਚ। ਜਨਰਲ ਵਾਸਤੇ ਪੋਸਟਾਂ ਰੱਖੀ ਗਈਆਂ ਨੇ 2588 ਪਲੱਸ ਫੀਮੇਲ ਵਾਸਤੇ 730 ਪੋਸਟਾਂ। ਇੱਦਾਂ ਹੀ SC ਵਿੱਚ MA ਅਤੇ B ਵਾਸਤੇ 664 ਪਲੱਸ 265 ਅਤੇ R ਅਤੇ O ਵਾਸਤੇ 664 ਪਲੱਸ 266। ਇੱਦਾਂ ਹੀ SC ਵਿੱਚ ਐਕਸ ਸਰਵਿਸਮੈਨ M ਅਤੇ B ਦੀ 133 ਪੋਸਟਾਂ ਅਤੇ R ਅਤੇ O ਵਾਸਤੇ 132 ਪੋਸਟਾਂ। ਇੱਦਾਂ ਹੀ ਖਿਡਾਰੀਆਂ ਵਾਸਤੇ M ਅਤੇ B 'ਚ 33 ਪੋਸਟਾਂ ਅਤੇ R ਅਤੇ O 'ਚ ਵੀ 33 ਪੋਸਟਾਂ। ਅੱਗੇ BC ਕੈਟਾਗਰੀ ਵਾਸਤੇ 663 ਪਲੱਸ 265 ਪੋਸਟਾਂ। ਅੱਗੇ BC ਵਾਸਤੇ ਹੀ ਐਕਸ ਸਰਵਿਸਮੈਨ 'ਚ 133 ਪੋਸਟਾਂ ਅਤੇ ਅੱਗੇ ਸਪੋਰਟਸਮੈਨ ਜਨਰਲ ਵਾਸਤੇ 133 ਪਲੱਸ 67 ਪੋਸਟਾਂ। ਇੱਦਾਂ ਹੀ ਫਰੀਡਮ ਫਾਈਟਰ ਵਾਸਤੇ 66 ਪਲੱਸ 33 ਪੋਸਟਾਂ। ਅਤੇ ਇਸੇ ਤਰ੍ਹਾਂ 12ਵੇਂ ਨੰਬਰ 'ਚ ਆਪਾਂ ਦੇਖਦੇ ਹਾਂ ਕਿ ਐਕਸ ਸਰਵਿਸਮੈਨ ਜਨਰਲ ਵਾਸਤੇ 465 ਪਲੱਸ 266 ਪੋਸਟਾਂ ਰੱਖੀ ਗਈਆਂ ਹਨ। ਇਸ ਤਰ੍ਹਾਂ ਅੱਗੇ ਗੱਲ ਕਰਦੇ ਹਾਂ ਜੋ ਵੀ ਯਾਨੀ ਕਿ ਫਿਜ਼ੀਕਲ ਡਿਸੇਬਲ ਹੈ, ਉਹਨਾਂ ਵਾਸਤੇ ਵੀ 13ਵੇਂ ਪੁਆਇੰਟ 'ਚ ਪੋਸਟਾਂ ਡਿਸਕ੍ਰਾਈਬ ਕੀਤੀਆਂ ਗਈਆਂ ਹਨ। ਜਿਵੇਂ ਕਿ ਪਹਿਲੇ ਨੰਬਰ 'ਤੇ ਵਿਜ਼ੂਅਲ ਇੰਪੇਅਰਡ, ਇਹਨਾਂ ਵਾਸਤੇ 67 ਪਲੱਸ 17 ਪੋਸਟਾਂ। ਇਸੇ ਤਰ੍ਹਾਂ ਹੀਅਰਿੰਗ ਵਾਲੇ ਹੈ ਜੋ 66 ਪਲੱਸ 17 ਪੋਸਟਾਂ। ਉੱਦਾਂ ਹੀ ਔਰਥੋਪੈਡਿਕਲ ਡਿਸੇਬਲ ਹੁੰਦੇ ਆ ਜੋ 66 ਪਲੱਸ 16। ਅਤੇ ਇਸੇ ਤਰ੍ਹਾਂ ਸੇਮ ਹੀ ਜੋ ਮਾਨਸਿਕ ਰੂਪ 'ਤੇ ਵਿਕਲਾਂਗ ਨੇ, ਇੰਟਲੈਕਚੁਅਲ ਡਿਸੇਬਲ ਨੇ, ਉਹਨਾਂ ਵਾਸਤੇ 66 ਪਲੱਸ 16 ਪੋਸਟਾਂ। ਅਤੇ ਅੱਗੇ 14 ਪੁਆਇੰਟ 'ਚ ਗੱਲ ਕਰਦੇ ਹਾਂ EWS ਕੈਟਾਗਰੀ ਵਾਸਤੇ 663 ਪਲੱਸ 199 ਪੋਸਟਾਂ। ਇਸੇ ਤਰ੍ਹਾਂ ਆਪਾਂ ਨੂੰ ਸਾਰਿਆਂ ਪੋਸਟਾਂ ਬਾਰੇ ਗੱਲ ਕਰ ਹੀ ਲਈ। ਅਤੇ ਮੇਲ ਦੀਆਂ ਟੋਟਲ ਪੋਸਟਾਂ ਬਣਦੀਆਂ ਨੇ 6635 ਅਤੇ ਫੀਮੇਲ ਦੀਆਂ 2157, ਜੋ ਕਿ ਇੱਕ ਬਹੁਤ ਹੀ ਵਧੀਆ ਗਿਣਤੀ ਹੈ। ਇਸ ਤੋਂ ਬਾਅਦ ਆਪਾਂ ਕੁਆਲੀਫਿਕੇਸ਼ਨ ਕ੍ਰਾਈਟੇਰੀਆ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਤੁਹਾਨੂੰ ਪਤਾ ਹੀ ਕਿ 10th ਕਲਾਸ ਵਿੱਚ ਪੰਜਾਬੀ ਹੋਣੀ ਜ਼ਰੂਰੀ ਹੈ। ਅਤੇ ਸੈਕਿੰਡ ਪੁਆਇੰਟ ਹੈ ਕਿ +2 ਤੁਸੀਂ ਕੀਤੀ ਹੋਣੀ ਚਾਹੀਦੀ ਹੈ ਅਤੇ ਉਸ ਤੋਂ 2 ਸਾਲ ਤੁਸੀਂ JBT ਕਹਿ ਲਓ ਜਾਂ ETT ਕਹਿ ਲਓ ਜਾਂ DLED ਕਹਿ ਲਓ, DED ਕਹਿ ਲਓ, ਇਹ ਤੁਹਾਡਾ ਕੀਤਾ ਹੋਣਾ ਚਾਹੀਦਾ ਹੈ। ਯਾਨੀ ਕਿ ਜੋ ਵੀ ਖੇਤਰਾਂ ਦੇ ਹਿਸਾਬ ਨਾਲ ਅਲੱਗ ਨਾਮ ਤੋਂ ਜਾਣਦੇ ਆ, ਉਸੇ ਤਰ੍ਹਾਂ ਤੁਸੀਂ ਇਹ 2 ਸਾਲ ਦਾ ਕੋਰਸ ਐਲੀਮੈਂਟਰੀ ਟੀਚਿੰਗ ਐਜੂਕੇਸ਼ਨ ਦਾ ਕੀਤਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤੁਸੀਂ PSTET 1, ਧਿਆਨ ਨਾਲ ਸੁਣਿਓ ਕਿ PSTET 1 ਹੀ ਕਲੀਅਰ ਹੋਣਾ ਚਾਹੀਦਾ, ਨਾ ਕਿ PSTET 2। ਯਾਨੀ ਕਿ ਇਸ ਤੋਂ ਸਿੱਧਾ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਦੁਆਰਾ ਇਸ ਵਾਰੀ ਓਨਲੀ JBT ਯਾਨੀ ਕਿ ETT ਵਾਲਿਆਂ ਨੂੰ ਦਿੱਤੀ ਗਈ ਹੈ। ਜਿਨ੍ਹਾਂ ਦਾ ਵੀ PSTET 1 ਕਲੀਅਰ ਹੈ ਉਹੀ ਇਸ ਪੋਸਟ ਨੂੰ ਭਰ ਸਕਦੇ ਹੈ, ਨਾ ਕਿ ਕੋਈ ਹੋਰ। ਇਸ ਤੋਂ ਬਾਅਦ ਇਹਦੇ ਵਿੱਚ ਨੋਟ ਦਿੱਤਾ ਗਿਆ ਹੈ ਕਿ ਜੋ ਵੀ ਅਪਲਾਈ ਕਰਨ ਦੀ ਕਲੋਜ਼ਿੰਗ ਡੇਟ ਹੈ ਉਸ ਤੋਂ ਪਹਿਲਾਂ ਤੁਹਾਡੀ ਇਹ ਜੋ ਵੀ ਉੱਪਰ ਦੀ ਕੁਆਲੀਫਿਕੇਸ਼ਨ ਹੈ ਇਹ ਕੰਪਲੀਟ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਫਾਰਮ ਭਰ ਸਕਦੇ ਹੋ। ਇਸ ਤੋਂ ਬਾਅਦ ਸਿਲੈਕਸ਼ਨ ਪ੍ਰੋਸੈਸ ਉਹੀ ਪਹਿਲਾਂ ਵਾਂਗੂ ਸੇਮ ਰਹਿਣਾ। 100 ਨੰਬਰ ਦਾ ਪੇਪਰ ਹੋਣਾ ਜੋ ਅੱਗੇ ਸਰਕਾਰ ਦੁਆਰਾ ਦਿੱਤੇ ਗਏ ਸਿਲੇਬਸ ਅਨੁਸਾਰ ਬਣਾਇਆ ਜਾਊਗਾ, ਉਸ ਨੂੰ ਦੇਖ ਕੇ ਹੀ ਤੁਸੀਂ ਤਿਆਰੀ ਕਰਨੀ ਹੈ। ਇਸ ਤੋਂ ਬਾਅਦ ਕੁਛ ਐਡੀਸ਼ਨਲ ਕੁਆਲੀਫਿਕੇਸ਼ਨ ਦੇ ਤੁਹਾਨੂੰ ਬੈਨੀਫਿਟ ਮਿਲਣਗੇ, ਜਿਵੇਂ ਕਿ ਐਡੀਸ਼ਨਲ ਕੁਆਲੀਫਿਕੇਸ਼ਨ ਤੁਸੀਂ ਫਸਟ ਡਿਵੀਜ਼ਨ ਗ੍ਰੈਜੂਏਸ਼ਨ 'ਚੋਂ ਤਾਂ 5 ਨੰਬਰ, ਸੈਕਿੰਡ ਡਿਵੀਜ਼ਨ 3 ਨੰਬਰ, ਤਾਂ ਥਰਡ ਡਿਵੀਜ਼ਨ ਦਾ 2 ਨੰਬਰ, ਇਹਦਾ ਤੁਹਾਨੂੰ ਫਾਇਦਾ ਮਿਲੂਗਾ। ਅੱਗੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਨੰਬਰ ਸੇਮ ਹੋ ਜਾਂਦੇ ਆ, ਤਾਂ ਉਸ ਗੱਲ 'ਤੇ ਸਰਕਾਰ ਨੇ ਇਹ ਸੋਚਿਆ ਵੀ ਜੇ ਜੋ ਵੀ ਉਮਰ ਜ਼ਿਆਦਾ ਦਾ ਸਟੂਡੈਂਟ ਹੋਊਗਾ ਉਸ ਨੂੰ ਪਹਿਲ ਦਿੱਤੀ ਜਾਊਗੀ। ਇਸ ਤੋਂ ਬਾਅਦ ਆਪਾਂ ਮੇਨ ਗੱਲ ਕਰਦੇ ਹਾਂ ਤਨਖਾਹ ਦੀ। ਤਨਖਾਹ ਦੇ ਵਿੱਚ ਤੁਹਾਨੂੰ ਪਹਿਲੀ ਤਨਖਾਹ ਮਿਲਣੀ ਹੈ 29,200 ਵਿਦਆਊਟ ਅਲਾਊਂਸ ਮਿਲੀ ਹੈ। ਇਹ ਸਰਕਾਰ ਦਾ ਜੋ ਹੁਣ ਨੋਟੀਫਿਕੇਸ਼ਨ ਆਇਆ ਸੀ, ਨੋਟੀਫਿਕੇਸ਼ਨ ਦੀ ਡੇਟ ਸੀ 21/10/2020, ਉਹਦੇ ਅਨੁਸਾਰ ਤੁਹਾਨੂੰ 29,200 ਬਿਨਾਂ ਕਿਸੇ ਅਲਾਊਂਸ ਤੋਂ ਪੇ ਮਿਲਣੀ ਹੈ। ਇਸ ਤੋਂ ਬਾਅਦ ਆਪਾਂ ਏਜ ਕ੍ਰਾਈਟੇਰੀਆ ਦੀ ਗੱਲ ਕਰਦੇ ਹਾਂ। ਏਜ ਕ੍ਰਾਈਟੇਰੀਆ ਯਾਨੀ ਕਿ ਇਸ ਸਾਲ 1 ਜਨਵਰੀ 2021 ਦੇ ਅਨੁਸਾਰ 18 ਤੋਂ 37 ਸਾਲ ਦੇ ਦਰਮਿਆਨ ਤੁਹਾਡੀ ਉਮਰ ਹੋਣੀ ਚਾਹੀਦੀ ਹੈ 1/1/2021 ਨੂੰ। ਇਸ ਤੋਂ ਬਾਅਦ ਸੈਕਿੰਡ ਪੁਆਇੰਟ ਹੈ ਕਿ ਜੋ ਵੀ ਸਕੂਲਾਂ ਵਿੱਚ ਕੰਮ ਕਰ ਰਹੇ ਹਨ, ਵਲੰਟੀਅਰ ਪਹਿਲਾਂ ਤੋਂ ਪੜ੍ਹਾ ਰਹੇ ਹਨ, ਉਹਨਾਂ ਵਾਸਤੇ ਵੀ ਏਜ 'ਚ ਆਪਣਾ ਐਕਸਪੀਰੀਅੰਸ ਦੇ ਅਕੋਰਡਿੰਗ ਉਹਨਾਂ ਨੂੰ ਛੂਟ ਦਿੱਤੀ ਜਾਊਗੀ। ਇਸ ਤੋਂ ਬਾਅਦ ਜੋ ਆਪਣੇ SC ਕੈਟਾਗਰੀ ਅਤੇ BC ਕੈਟਾਗਰੀ ਦੇ ਹਨ ਉਹਨਾਂ ਨੂੰ 5 ਸਾਲ ਦੀ ਛੂਟ, ਅਤੇ
ਇਸ ਤੋਂ ਅੱਗੇ ਪੰਜਾਬ ਅਤੇ ਹੋਰ ਰਾਜਾਂ ਯਾਨੀ ਕਿ ਪੰਜਾਬ ਅਤੇ ਸੈਂਟਰਲ ਅਤੇ ਸਟੇਟ ਅਲੱਗ ਜੋ ਆਪਣੇ ਦੂਸਰੇ ਰਾਜ ਨੇ ਉਹਨਾਂ ਦੇ ਕਰਮਚਾਰੀਆਂ ਵਾਸਤੇ ਜੋ ਉੱਪਰਲੀ ਸੀਮਾ ਰੱਖੀ ਗਈ ਹੈ ਉਮਰ ਦੀ, ਉਹ 45 ਸਾਲ ਹੈ। ਇਸ ਤੋਂ ਬਾਅਦ 5ਵਾਂ ਪੁਆਇੰਟ ਹੈ ਕਿ ਜੋ ਪੰਜਾਬ ਰਾਜ ਦੀਆਂ ਵਿਧਵਾ ਅਤੇ ਤਲਾਕਸ਼ੁਦਾ ਔਰਤਾਂ ਦੀ ਉੱਪਰਲੀ ਏਜ ਸੀਮਾ 42 ਸਾਲ ਤੱਕ ਦੀ ਛੋਟ ਹੋਵੇਗੀ। ਇਸ ਤੋਂ ਬਾਅਦ ਪੰਜਾਬ ਦੇ ਵਸਨੀਕ ਵਿਕਲਾਂਗਾਂ ਦੀ ਉਮਰ ਸੀਮਾ ਦੀ ਹੱਦ ਵਿੱਚ 10 ਸਾਲ ਦੀ ਛੋਟ ਹੋਵੇਗੀ। ਪੰਜਾਬ ਦੇ ਸਾਬਕਾ ਫੌਜੀ ਯਾਨੀ ਕਿ ਜੋ ਐਕਸ ਸਰਵਿਸਮੈਨ ਨੇ, ਪੰਜਾਬ ਰਾਜ ਨਾਲ ਸੰਬੰਧ ਰੱਖਦੇ ਹਨ, ਵੱਲੋਂ ਉਹਨਾਂ ਦੀ ਫੌਜ ਵਿੱਚ ਕੀਤੀ ਗਈ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲਾਂ ਅਨੁਸਾਰ ਅਸਾਮੀ ਦੀ ਉੱਪਰਲੀ ਸੀਮਾ ਤੋਂ 3 ਸਾਲ ਵੱਧ ਹੋਵੇਗੀ ਤਾਂ ਉਹਨਾਂ ਨੂੰ ਉਮਰ ਸੀਮਾ ਦੀਆਂ ਸ਼ਰਤਾਂ 'ਤੇ ਸੰਤੁਸ਼ਟਤਾ ਦੇਣੀ ਪਵੇਗੀ। 6ਵਾਂ ਪੁਆਇੰਟ ਹੈ ਕਿ ਜੋ ਔਨਲਾਈਨ ਆਪਾਂ ਫਾਰਮ ਅਪਲਾਈ ਕਰਨਾ ਦੀ ਫੀਸ ਜਨਰਲ ਵਾਸਤੇ 1000 ਰੁਪਇਆ, ਜਨਰਲ ਵਾਸਤੇ ਅਤੇ ਅਦਰ ਸਟੇਟ ਵਾਸਤੇ 1000 ਰੁਪਇਆ, ਰਿਜ਼ਰਵ ਕੈਟਾਗਰੀ ਜੋ ਪੰਜਾਬ ਦੇ SC ST ਨੇ ਉਹਨਾਂ ਵਾਸਤੇ 500 ਰੁਪਇਆ, ਅਤੇ ਜੋ ਅੱਗੇ ਐਕਸ ਸਰਵਿਸਮੈਨ ਜੇ ਖੁਦ ਆਪਦਾ ਫਾਰਮ ਭਰਦੇ ਹਨ ਤਾਂ ਉਹਨਾਂ ਵਾਸਤੇ ਕੋਈ ਫੀਸ ਨਹੀਂ ਹੈਗੀ। ਇਸ ਤੋਂ ਬਾਅਦ ਆਪਾਂ ਅੱਗੇ ਕੁਛ ਨੋਟ ਦਿੱਤੇ ਕਿ ਉਹਨਾਂ ਬਾਰੇ ਗੱਲ ਕਰਦੇ ਹਾਂ। ਸਾਬਕਾ ਸੈਨਿਕ ਸੈਲਫ ਨੂੰ ਫੀਸ ਦੀ ਅਦਾਇਗੀ 'ਤੇ ਛੋਟ ਹੋਵੇਗੀ ਬਸ਼ਰਤੇ ਕਿ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਨੌਕਰੀ ਦੌਰਾਨ ਜਾਂ ਨਿਸ਼ਚਿਤ ਆਮ ਸ਼ਰਤਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਖੁਦ ਦੀ ਪ੍ਰਤੀ ਬੇਨਤੀ 'ਤੇ ਨੌਕਰੀ ਤੋਂ ਪਾਰਕ ਡਿਸਚਾਰਜ ਨਾ ਕੀਤਾ ਗਿਆ ਹੋਵੇ। ਸਾਬਕਾ ਸੈਨਿਕ ਅਤੇ ਆਸ਼ਰਿਤ ਦੇ ਲੋੜੀਂਦੀ ਨਿਰਧਾਰਤ ਫੀਸ ਦੀ ਅਦਾਇਗੀ ਕਰਨੀ ਹੋਵੇਗੀ ਅਤੇ ਇਸ ਅਸਾਮੀ ਲਈ ਲਾਈਨਰ ਡਿਸੈਂਡੈਂਟ ਸਰਟੀਫਿਕੇਟ ਅਸਲ ਦਸਤਾਵੇਜ਼ ਦੀ ਸਕਰੂਟਨੀ ਸਮੇਂ ਜਮ੍ਹਾਂ ਕਰਵਾਉਣਾ ਹੋਵੇਗਾ। ਇਹ ਕੁਝ ਖਾਸ ਸ਼ਰਤਾਂ ਰੱਖੀ ਗਈਆਂ ਨੇ ਐਕਸ ਸਰਵਿਸਮੈਨ ਵਾਸਤੇ ਜੋ ਤੁਹਾਨੂੰ ਧਿਆਨ 'ਚ ਲੈ ਕੇ ਚੱਲਣੀ ਹੈ, ਅਤੇ ਸਕਰੂਟਨੀ ਵੇਲੇ ਇਹ ਡਾਕੂਮੈਂਟ ਜੋ ਵੀ LDC ਹਨ ਅਤੇ ਤੁਹਾਨੂੰ ਨਾਲ ਲੈ ਕੇ ਜਾਣੇ ਹਨ। ਪੰਜਾਬ ਦੇ ਵਸਨੀਕ ਵਿਕਲਾਂਗ ਉਮੀਦਵਾਰਾਂ ਵੱਲੋਂ ਉਪਰੋਕਤ ਅਨੁਸਾਰ ਉਹੀ ਫੀਸ ਜਮ੍ਹਾਂ ਕਰਵਾਈ ਜਾਵੇਗੀ ਜਿਸ ਵਰਗ ਸ਼੍ਰੇਣੀ ਨਾਲ ਉਹ ਸੰਬੰਧ ਰੱਖਦੇ ਹਨ। ਯਾਨੀ ਕਿ ਜੋ ਡਿਸੇਬਲ ਨੇ, ਜੇ ਜਰਨਲ ਨੇ ਜਾਂ SC ST ਨੇ, ਤਾਂ ਉਹਨਾਂ ਨੂੰ ਉਸੇ ਕ੍ਰਾਈਟੇਰੀਆ ਅਨੁਸਾਰ ਫੀਸ ਜਮ੍ਹਾਂ ਕਰਵਾਉਣੀ ਪਊਗੀ। ਕਿਸੇ ਵੀ ਉਮੀਦਵਾਰ ਨੂੰ ਫੀਸ ਦੀ ਮੁਆਫੀ ਛੋਟ ਨਹੀਂ ਦਿੱਤੀ ਜਾਵੇਗੀ ਸਿਵਾਏ ਸਾਬਕਾ ਸੈਨਿਕ ਅਤੇ ਫੀਸ ਨਾ ਭੇਜਣ ਦੀ ਹਾਲਤ ਵਿੱਚ ਉਸ ਨੂੰ ਪਾਤਰਤਾ ਰੱਦ ਸਮਝੀ ਜਾਵੇਗੀ। ਯਾਨੀ ਕਿ ਹੋਰ ਕਿਸੇ ਵੀ ਕੈਟਾਗਰੀ ਨੂੰ ਕੋਈ ਫੀਸ ਛੂਟ ਨਹੀਂ, ਬਸ ਇੱਕ ਐਕਸ ਸਰਵਿਸਮੈਨ ਸੈਲਫ ਨੂੰ ਛੱਡ ਕੇ। ਅਗਰ ਜੇ ਕੋਈ ਫੀਸ ਨਹੀਂ ਜਮ੍ਹਾਂ ਕਰਵਾਉਂਦਾ ਤਾਂ ਉਹਨਾਂ ਦਾ ਫਾਰਮ ਵਾਪਸ ਕੀਤਾ ਜਾਵੇਗਾ, ਰੱਦ ਕੀਤਾ ਜਾਵੇਗਾ। ਉਮੀਦਵਾਰ ਦਸਤਾਵੇਜ਼ ਦੀ ਸਕਰੂਟਨੀ ਸਮੇਂ ਫੀਸ ਦਾ ਰਸੀਦ ਪੇਸ਼ ਕਰਨਗੇ। ਅਤੇ ਇੱਕ ਗੱਲ ਹੋਰ ਜੋ ਜ਼ਰੂਰ ਧਿਆਨ ਰੱਖਣੀ, ਜਦੋਂ ਸਾਰਾ ਪ੍ਰੋਸੈਸ ਕੰਪਲੀਟ ਹੋਣ ਦੇ ਬਾਅਦ ਤੁਹਾਡੀ ਆਪਣੇ ਡਾਕੂਮੈਂਟ ਦੀ ਸਕਰੂਟਨੀ ਹੋਣੀ ਹੈ ਤਾਂ ਉਸ ਸਮੇਂ ਤੁਹਾਨੂੰ ਫੀਸ ਦੀ ਰਸੀਦ ਨਾਲ ਜ਼ਰੂਰ ਲੈ ਕੇ ਜਾਣੀ ਹੈ, ਯਾਨੀ ਕਿ ਡਾਕੂਮੈਂਟ ਨਾਲ ਅਟੈਚ ਕਰਕੇ ਲੈ ਕੇ ਜਾਣੀ ਹੈ। ਉਸ ਤੋਂ ਬਾਅਦ 7ਵਾਂ ਪੁਆਇੰਟ ਹੈ ਜੋ ਕੁਛ ਆਮ ਸ਼ਰਤਾਂ ਨੇ। ਜਿਹੜੇ ਉਮੀਦਵਾਰ ਅਨੁਸੂਚਿਤ ਜਾਤੀ ਯਾਨੀ ਕਿ SC ਜਾਂ BC ਦੇ ਰਾਖਵਾਂਕਰਨ ਦਾ ਲਾਭ ਲੈਣਾ ਚਾਹੁੰਦੇ ਹਨ, ਯਾਨੀ ਕਿ ਜੋ ਇਹਨਾਂ ਵਾਸਤੇ ਕੁਛ ਰਿਲੈਕਸੇਸ਼ਨ ਰੱਖਿਆ ਗਿਆ, ਉਹਨਾਂ ਦਾ ਲਾਭ ਲੈਣਾ ਚਾਹੁੰਦੇ ਹਨ, ਉਹਨਾਂ ਨੂੰ ਜਾਤੀ ਸਰਟੀਫਿਕੇਟ ਜੇ ਕਿ ਸੰਬੰਧਿਤ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਹੋਣ, ਵਿੱਚ ਜਾਤੀ ਸਪਸ਼ਟ ਤੌਰ 'ਤੇ ਲਿਖੀ ਹੋਵੇ। ਅਨੁਸੂਚਿਤ ਜਾਤੀ ਅਤੇ ਪਛੜੀ ਜਾਤੀ ਦੀ ਉਹ ਇਸਤਰੀ ਉਮੀਦਵਾਰ ਜਿਨ੍ਹਾਂ ਦੇ ਸਰਟੀਫਿਕੇਟ ਵਿਆਹ ਉਪਰੰਤ ਪਤੀ ਦੇ ਨਾਮ 'ਤੇ ਬਣੇ ਹਨ, ਉਹਨਾਂ ਇਸਤਰੀ ਉਮੀਦਵਾਰਾਂ ਨੂੰ ਸਕਰੂਟਨੀ ਸਮੇਂ ਉਹ ਸਰਟੀਫਿਕੇਟ ਜਿਸ ਵਿੱਚ ਪਿਤਾ ਦਾ ਨਾਮ ਦਰਜ ਹੈ ਜਾਂ ਪਿਤਾ ਦਾ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦਾ ਸਰਟੀਫਿਕੇਟ ਸਬੂਤ ਵਜੋਂ ਪੇਸ਼ ਕਰਨਾ ਪਵੇਗਾ। ਜੇਕਰ ਉਹ ਸਰਟੀਫਿਕੇਟ ਪੇਸ਼ ਨਹੀਂ ਕਰਦੀ ਤਾਂ ਉਸ ਦੀ ਪਾਤਰਤਾ ਅਨੁਸੂਚਿਤ ਜਾਤੀ ਜਾਂ BC ਜੋ ਜਿਹਾ ਵੀ ਕੇਸ ਹੋਵੇ ਵਿੱਚ ਨਹੀਂ ਵਿਚਾਰੀ ਜਾਵੇਗੀ। ਅਨੁਸੂਚਿਤ ਜਾਤੀ ਦਾ ਰਾਖਵਾਂਕਰਨ ਪੰਜਾਬ ਅਨੁਸੂਚਿਤ ਜਾਤੀਆਂ ਅਤੇ BC ਸ਼੍ਰੇਣੀਆਂ ਵਿੱਚ ਐਕਟ 2006 ਅਨੁਸਾਰ ਹੋਵੇਗਾ, ਪਰੰਤੂ ਉਹਨਾਂ ਦੀ ਚੋਣ ਇਸ ਸੰਬੰਧ ਵਿੱਚ ਮਾਨਯੋਗ ਸੁਪਰੀਮ ਕੋਰਟ ਵਿਖੇ ਪੈਂਡਿੰਗ ਕੇਸ ਜੋ ਵੀ ਕੇਸ ਚੱਲ ਰਹੇ ਹਨ, ਪੰਜਾਬ ਸਰਕਾਰ ਦੇ ਹੋਰ ਬਨਾਮ ਦਵਿੰਦਰ ਸਿੰਘ ਅਤੇ ਹੋਰ ਦੇ ਅੰਤਿਮ ਫੈਸਲੇ 'ਤੇ ਨਿਰਭਰ ਹੋਵੇਗੀ। ਯਾਨੀ ਕਿ ਤੁਸੀਂ ਜੋ ਵੀ ਯਾਨੀ ਕਿ SC BC ਦਾ ਤੁਸੀਂ ਬੈਨੀਫਿਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੇ ਬਾਬਤ ਜੋ ਵੀ ਸਰਟੀਫਿਕੇਟ ਉਹਨੂੰ ਸਕਰੂਟਨੀ ਵਿੱਚ ਪੇਸ਼ ਕਰਨੇ ਪੈਣਗੇ। ਠੀਕ ਹੈ ਜੀ। ਇਸ ਤੋਂ ਬਾਅਦ ਸੈਕਿੰਡ ਪੁਆਇੰਟ ਹੈ BC ਸ਼੍ਰੇਣੀ ਦਾ ਸਰਟੀਫਿਕੇਟ ਉਦੋਂ ਤੱਕ ਵੈਲਿਡ ਮੰਨਿਆ ਜਾਵੇਗਾ ਜਦੋਂ ਤੱਕ ਪ੍ਰਾਰਥੀ ਕ੍ਰੀਮੀ ਲੇਅਰ ਦੇ ਦਾਇਤਵ ਵਿੱਚ ਨਹੀਂ ਆ ਜਾਂਦਾ। ਪਛੜੀ ਸ਼੍ਰੇਣੀ ਦਾ ਲਾਭ ਪ੍ਰਾਪਤ ਕਰਨ ਲਈ ਉਮੀਦਵਾਰ ਨੂੰ ਦਸਤਾਵੇਜ਼ ਸਕਰੂਟਨੀ ਸਮੇਂ ਆਪਣੇ ਪ੍ਰਤੀ ਬੇਨਤੀ ਦੇ ਨਾਲ ਇੱਕ ਘੋਸ਼ਣਾ ਪੱਤਰ ਦੇਣਾ ਪਵੇਗਾ ਕਿ ਉਸ ਦੇ ਸਟੇਟਸ ਵਿੱਚ ਕੋਈ ਤਬਦੀਲੀ ਨਹੀਂ ਆਈ ਅਤੇ ਉਹ ਕ੍ਰੀਮੀ ਲੇਅਰ ਦੇ ਦਾਇਰੇ ਵਿੱਚ ਨਹੀਂ ਆਉਂਦਾ। ਯਾਨੀ ਕਿ ਤੁਹਾਨੂੰ BC ਸਰਟੀਫਿਕੇਟ ਦੇ ਨਾਲ ਇੱਕ ਐਫੀਡੇਵਿਟ ਵੀ ਬਣਵਾ ਕੇ ਦੇਣਾ ਪਊਗਾ ਕਿ ਹਾਲੇ ਵੀ ਉਹ ਉਸੇ ਸ਼੍ਰੇਣੀ ਵਿੱਚ ਆਉਂਦਾ ਹੈ ਜੋ ਉਹਨੇ ਪਹਿਲਾ ਸਰਟੀਫਿਕੇਟ ਔਨਲਾਈਨ 'ਚ ਜਾਂ ਆਫਲਾਈਨ 'ਚ ਪੇਸ਼ ਕੀਤਾ ਸੀ। ਥਰਡ ਪੁਆਇੰਟ ਹੈ ਐਕਸ ਸਰਵਿਸਮੈਨ ਕੋਟੇ ਅਧੀਨ ਰਾਖਵਾਂਕਰਨ ਕੇਵਲ ਪੰਜਾਬ ਦੇ ਵਸਨੀਕਾਂ 'ਤੇ ਹੀ ਲਾਗੂ ਹੋਵੇਗਾ। ਜੋ ਵੀ ਐਕਸ ਸਰਵਿਸਮੈਨ ਦਾ ਬੈਨੀਫਿਟ ਲੈਣਾ ਚਾਹੁੰਦੇ ਹਨ ਉਹ ਸਿਰਫ ਓਨਲੀ ਜੋ ਪੰਜਾਬ ਦੇ ਵਸਨੀਕ ਹਨ ਐਕਸ ਸਰਵਿਸਮੈਨ ਉਹਨਾਂ ਵਾਸਤੇ ਹੀ ਲਾਗੂ ਹੈ। ਜੇਕਰ ਸਾਬਕਾ ਸੈਨਿਕ ਖੁਦ ਉਮੀਦਵਾਰ ਨਾ ਹੋਵੇ ਤਾਂ ਇਹ ਰਾਖਵਾਂਕਰਨ
ਅਸ਼ਰਤਾ ਲਈ ਲਾਗੂ ਹੋਵੇਗਾ। ਅਜਿਹੇ ਸਾਬਕਾ ਸੈਨਿਕ ਆਸ਼ਰਿਤ ਸੈਨਿਕ ਸਮਰਥ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਲੋੜੀਂਦਾ ਸਰਟੀਫਿਕੇਟ ਦਸਤਾਵੇਜ਼ ਸਕਰੂਟਨੀ ਵਿੱਚ ਸਮੇਂ ਪੇਸ਼ ਕਰਨਗੇ। ਜੇਕਰ ਤਾਂ ਉਹ ਸੈਲਫ ਯਾਨੀ ਕਿ ਖੁਦ ਐਕਸ ਸਰਵਿਸਮੈਨ ਫਾਰਮ ਅਪਲਾਈ ਕਰਨੇ ਹਨ ਤਾਂ ਉਹਨਾਂ ਕੋਲ ਤਾਂ ਡਾਕੂਮੈਂਟ ਹੁੰਦੇ ਹੀ ਹੈ, ਪਰ ਜੇ ਉਹ ਕਿਸੇ ਆਪਣੇ ਡਿਪੈਂਡੈਂਟ ਨੂੰ ਬੈਨੀਫਿਟ ਦਿਵਾਉਣਾ ਚਾਹੁੰਦੇ ਐਕਸ ਸਰਵਿਸਮੈਨ ਦਾ ਤਾਂ ਉਹ ਕਿਸੇ ਆਫਿਸਰ ਤੋਂ ਵੈਰੀਫਾਈ ਕੀਤਾ ਗਿਆ ਡਾਕੂਮੈਂਟ ਹੀ ਸਕਰੂਟਨੀ ਵਿੱਚ ਪੇਸ਼ ਕਰਨਗੇ। ਚੌਥਾ ਪੁਆਇੰਟ ਹੈ ਫਰੀडम फाइटर कोटे अधीन राखवा ਕਰਨ ਲੈਣ ਵਾਲੇ ਉਮੀਦਵਾਰ ਸਰਕਾਰ ਦੇ ਪੱਤਰ ਨੰਬਰ ਦਿਨਾਂਕ ਮਿਤੀ 27/11/2000 ਅਨੁਸਾਰ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤੇ ਲੋੜੀਂਦਾ ਅਸਲ ਸਰਟੀਫਿਕੇਟ ਦਸਤਾਵੇਜ਼ ਸਕਰੂਟਨੀ ਸਮੇਂ ਪੇਸ਼ ਕਰਨਗੇ। ਇਹੀ ਰੂਲ ਫਰੀडम फाइटर ਵਾਸਤੇ ਲਾਗੂ ਹੁੰਦੇ ਆ ਜੋ ਵੀ ਨੋਟੀਫਿਕੇਸ਼ਨ ਸਰਕਾਰ ਦੇ ਪਹਿਲਾਂ ਆਏ ਹੋਏ ਨੇ 27/11/2000 ਦੇ, ਉਹਨਾਂ ਅਨੁਸਾਰ ਹੀ ਸਰਟੀਫਿਕੇਟ ਸਕਰੂਟਨੀ ਵਿੱਚ ਪੇਸ਼ ਕਰਨਾ। ਪੰਜਵਾਂ ਪੁਆਇੰਟ ਹੈ ਖਿਡਾਰੀ ਕੋਟੇ ਅਧੀਨ ਰਾਖਵਾ ਕਰਨ ਲੈਣ ਵਾਲੇ ਉਮੀਦਵਾਰ ਨੂੰ ਸਕਰੂਟਨੀ ਸਮੇਂ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ ਜਿਸ ਦੀ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਗ੍ਰੈਜੂਏਸ਼ਨ ਕੀਤੀ ਹੋਵੇ। ਯਾਨੀ ਕਿ ਜੋ ਸਟੂਡੈਂਟ ਆਪਣਾ ਸਪੋਰਟਸ ਕੋਟੇ ਦਾ ਫਾਇਦਾ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਸਰਕਾਰ ਵੱਲੋਂ ਜੋ ਗ੍ਰੇਡੇਸ਼ਨ ਪਾਲਿਸੀ ਦੇ ਅੰਡਰ ਸਰਟੀਫਿਕੇਟ ਆਉਂਦੇ ਹੈ ਉੱਦਾਂ ਹੀ ਵੈਰੀਫਾਈ ਕਰਵਾ ਕੇ ਸਕਰੂਟਨੀ ਵਿੱਚ ਪੇਸ਼ ਕਰਨੇ ਪੈਣਗੇ। ਛੇਵਾਂ ਪੁਆਇੰਟ ਹੈ ਡਿਸੇਬਲ ਕੋਟੇ ਅਧੀਨ ਰਾਖਵਾ ਕਰਨ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਦੇ ਲੈਟਰ ਡੇਟ 2/5/1997 ਅਤੇ 3/10/2019 ਅਨੁਸਾਰ ਹੋਵੇਗਾ। ਚਾਹਵਾਨ ਉਮੀਦਵਾਰ ਵਿਗਿਆਪਨ ਵਿੱਚ ਅਪਲਾਈ ਕਰਨ ਦੀ ਦਰਸਾਈ ਆਖਰੀ ਮਿਤੀ ਤੋਂ ਪਹਿਲਾਂ ਦਾ ਸਮਰੱਥ ਅਧਿਕਾਰੀ ਦੁਆਰਾ ਅਪਾਹਜ ਦਾ ਸਰਟੀਫਿਕੇਟ ਦਸਤਾਵੇਜ਼ ਦੀ ਸਕਰੂਟਨੀ ਵਿੱਚ ਪੇਸ਼ ਕਰਨਗੇ ਜਿਸ ਵਿੱਚ ਉੱਪਰਲੀ ਜਾਂ ਹੇਠਲੀ ਅੰਗਹੀਣਤਾ 40% ਜਾਂ 40% ਤੋਂ ਵੱਧ ਯਾਨੀ ਕਿ ਮਿਨੀਮਮ 40% ਹੈ ਅਤੇ 40 ਤੋਂ ਵੱਧ ਕਿੰਨੀ ਵੀ ਹੋ ਸਕਦੀ ਹੈ। ਤੁਸੀਂ ਉਸ ਤਰ੍ਹਾਂ ਦਾ ਵੈਲਿਡ ਸਰਟੀਫਿਕੇਟ ਡਿਸੇਬਲ ਦਾ ਸਕਰੂਟਨੀ ਵਿੱਚ ਪੇਸ਼ ਕਰ ਸਕਦੇ ਹੋ। ਇਸ ਅਸਾਮੀਆਂ ਦਾ ਪੰਜਾਬ ਸਿਵਲ ਸਰਵਿਸ ਰਿਜ਼ਰਵੇਸ਼ਨ ਆਫ ਦਾ ਪੋਸਟ ਆਫ ਵੂਮਨ ਰੂਲ 2020 ਮਿਤੀ 21/10/20 ਅਤੇ 29/12/20 ਨੂੰ ਅਧਿਸੂਚਿਤ ਕੀਤੇ ਗਏ ਹਨ ਅਨੁਸਾਰ ਭਰੀਆਂ ਜਾਣਗੀਆਂ। ਇਸ ਤੋਂ ਬਾਅਦ 9ਵਾਂ ਪੁਆਇੰਟ ਹੈ ਰਾਖਵਾਕਰਨ ਦੀ ਨੀਤੀ ਪੰਜਾਬ ਸਰਕਾਰ ਦੀਆਂ ਸਮੇਂ-ਸਮੇਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਲਾਗੂ ਹੋਣਗੀਆਂ। ਯਾਨੀ ਕਿ ਜੋ ਵੀ ਲੇਟੈਸਟ ਅਪਡੇਟ ਆਉਂਦੀ ਨੋਟੀਫਿਕੇਸ਼ਨ ਦੀ ਉਸ ਅਨੁਸਾਰ ਹੀ ਰਿਲੈਕਸੇਸ਼ਨ ਦੀਆਂ ਜੋ ਹਦਾਇਤਾਂ ਨੇ ਸਰਕਾਰ ਦੁਆਰਾ ਅਪਣਾਈਆਂ ਜਾਣਗੀਆਂ। ਰਾਖਵਾਕਰਨ ਦਾ ਲਾਭ ਕੇਵਲ ਪੰਜਾਬ ਦੇ ਪੱਕੇ ਵਾਸੀਆਂ ਨੂੰ ਹੀ ਮਿਲੇਗਾ। ਜੋ ਪੰਜਾਬ ਦੇ ਹੀ ਪਰਮਾਨੈਂਟ ਰੈਜ਼ੀਡੈਂਟਸ ਹੈ ਉਹਨਾਂ ਨੂੰ ਹੀ ਰਿਲੈਕਸੇਸ਼ਨ ਦਾ ਫਾਇਦਾ ਮਿਲੂਗਾ, ਬੈਨੀਫਿਟ ਮਿਲੂਗਾ। ਉਮੀਦਵਾਰ ਵੱਲੋਂ ਭਰੀ ਗਈ ਕੈਟਾਗਰੀ ਹੀ ਅੰਤਿਮ ਮੰਨੀ ਜਾਵੇਗੀ ਅਤੇ ਉਸੇ ਕੈਟਾਗਰੀ ਵਿੱਚ ਵਿਚਾਰਿਆ ਜਾਵੇਗਾ ਜਿਸ ਵਿੱਚ ਉਮੀਦਵਾਰ ਦੀ ਫੀਸ ਭਰੀ ਗਈ ਹੈ। ਯਾਨੀ ਕਿ ਤੁਸੀਂ ਫਾਰਮ ਭਰਦੇ ਆਨਲਾਈਨ ਕਰਦੇ ਵੇਲੇ ਜ਼ਰੂਰ ਧਿਆਨ ਰੱਖਣਾ ਹੈ ਕਿ ਜੋ ਵੀ ਤੁਸੀਂ ਕੈਟਾਗਰੀ ਭਰਨੇ ਹੋ ਉਸੇ ਵਿੱਚ ਹੀ ਤੁਹਾਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਰਕਾਰ ਦੁਆਰਾ ਮੰਨਿਆ ਜਾਵੇਗਾ। ਇਸ ਤੋਂ ਬਾਅਦ ਜਿਹੜੇ ਉਮੀਦਵਾਰ ਵਿਮੁਕਤ ਜਾਤੀ ਨਾਲ ਸੰਬੰਧ ਹੋਣਗੇ ਉਹ ਆਨਲਾਈਨ ਅਪਲਾਈ ਕਰਨ ਸਮੇਂ ਆਪਣੀ ਹੀ ਕੈਟਾਗਰੀ ਵਿੱਚ ਅਪਲਾਈ ਕਰਨਗੇ। ਯਾਨੀ ਕਿ ਇੱਕ ਗੱਲ ਮੇਨ ਹੈ ਕਿ ਜਦੋਂ ਵੀ ਤੁਸੀਂ ਫਾਰਮ ਆਨਲਾਈਨ ਕਰਨਾ ਤਾਂ ਕੈਟਾਗਰੀ ਦਾ ਖਾਸ ਧਿਆਨ ਰੱਖਣਾ ਹੈ। ਜੇ ਤੁਸੀਂ ਜਰਨਲ ਹੋ, SC ਹੋ, ST ਹੋ, BC ਹੋ ਤਾਂ ਜ਼ਰੂਰ ਧਿਆਨ ਰੱਖਣਾ ਵੀ ਕੈਟਾਗਰੀ ਉਹੀ ਭਰੀ ਜਾਵੇ। ਕੈਟਾਗਰੀ ਵਿੱਚ ਕੋਈ ਗਲਤੀ ਨਾ ਕਰਨ, ਕੈਟਾਗਰੀ ਛੱਡੋ ਵੀ ਕਿਸੇ ਵੀ ਚੀਜ਼ 'ਚ ਕੋਈ ਗਲਤੀ ਨਹੀਂ ਕਰਨੀ। ਇਸ ਤੋਂ ਬਾਅਦ ਆਰਥਿਕ ਤੌਰ 'ਤੇ ਪਛੜੇ ਵਰਗ ਲਈ ਰਾਖਵਾਂਕਰਨ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੀ ਲਾਗੂ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰ 10ਵੀਂ ਪੇਪਰ ਯਾਨੀ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ 10th ਵਿੱਚ ਪੰਜਾਬੀ ਸਬਜੈਕਟ ਹੋਣਾ ਜ਼ਰੂਰੀ ਹੈ। ਪੁਰਸ਼ ਅਤੇ ਇਸਤਰੀ ਉਮੀਦਵਾਰਾਂ ਦੀ ਸਾਂਝੀ ਮੈਰਿਟ ਮੇਲ ਫੀਮੇਲ ਵਾਸਤੇ ਮੈਰਿਟ ਕਾਮਨ ਬਣਾਈ ਜਾਵੇਗੀ। ਇਸ ਤੋਂ ਬਾਅਦ ਵਿਗਿਆਪਨ ਵਿੱਚ ਦਰਜ ਅਸਾਮੀਆਂ ਸਰਕਾਰ ਵੱਲੋਂ ਵਧਾਈਆਂ ਯਾਨੀ ਕਿ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਪੋਸਟਾਂ ਇੰਕਰੀਜ਼ ਅਤੇ ਡਿਕਰੀਜ਼ ਕੀਤੀਆਂ ਜਾ ਸਕਦੀਆਂ ਨੇ। ਇਸ ਵਿਗਿਆਪਨ ਨੂੰ ਕਿਸੇ ਵੀ ਕਾਰਨ ਰੱਦ ਕਰਨ ਦਾ ਅਧਿਕਾਰ ਵਿਭਾਗ ਪਾਸ ਹੋਵੇਗਾ। ਜੋ ਵੀ ਅਗਰ ਸਰਕਾਰ ਕੈਂਸਲ ਕਰਨਾ ਚਾਹੁੰਦੀ ਹੈ ਪੋਸਟਾਂ ਜਾਂ ਇੰਕਰੀਜ਼ ਡਿਕਰੀਜ਼ ਜੋ ਵੀ ਕਰਨਾ ਚਾਹੁੰਦੀ ਹੈ ਇਹਦਾ ਸਾਰਾ ਅਧਿਕਾਰ ਗੌਰਮੈਂਟ ਕੋਲ ਹੀ ਰਹਿਣਾ ਹੈ। ਆਨਲਾਈਨ ਫਾਰਮ ਭਰਨ ਸਮੇਂ ਕਿਸੇ ਵੀ ਗਲਤੀ ਲਈ ਉਮੀਦਵਾਰ ਆਪ ਜ਼ਿੰਮੇਵਾਰ ਹੈ। ਇਹ ਗੱਲ ਤੁਸੀਂ ਬਾਰ-ਬਾਰ ਧਿਆਨ ਰੱਖਣਾ ਹੈ। ਫਾਰਮ 'ਚ ਵੀ ਆਪਣਾ ਨੋਟੀਫਿਕੇਸ਼ਨ 'ਚ ਵੀ ਇਹ ਗੱਲ ਦੁਬਾਰਾ ਕਹੀ ਜਾ ਰਹੀ ਹੈ ਕਿ ਆਨਲਾਈਨ ਕਰਨ ਵੇਲੇ ਤੁਸੀਂ ਆਪਦੀ ਜ਼ਿੰਮੇਵਾਰੀ 'ਤੇ ਹੀ ਫਾਰਮ ਭਰਨੇ ਜਾਂ ਤਾਂ ਕਿਸੇ ਵਧੀਆ ਕੈਫੇ ਤੋਂ ਫਾਰਮ ਭਰਵਾਓ ਜਾਂ ਫਿਰ ਆਪ ਖੁਦ ਫਾਰਮ ਭਰੋ ਆਪਣਾ। ਇਸ ਤੋਂ ਬਾਅਦ ਆਨਲਾਈਨ ਅਪਲਾਈ ਕਰਨ ਸਮੇਂ ਉਮੀਦਵਾਰ ਨੂੰ ਸਾਈਬਰ ਕੈਫੇ ਨੇੜੇ ਦੀ ਮਦਦ ਲੈਣ ਸਮੇਂ ਆਪਣਾ ਫਾਰਮ ਆਪ ਭਰਨ ਦੀ ਸਲਾਹ ਦਿੱਤੀ ਜਾਂਦੀ ਹੈ। ਐਪਲੀਕੇਸ਼ਨ ਫਾਰਮ ਵਿੱਚ ਇੱਕ ਵਾਰ ਡਾਟਾ ਭਰਨ ਤੋਂ ਬਾਅਦ ਅਪਰੂਵ ਕਰਨ ਤੋਂ ਬਾਅਦ ਉਸ ਵਿੱਚ ਕੋਈ ਤਬਦੀਲੀ ਨਹੀਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਹ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਕਿ ਫਾਰਮ ਬਹੁਤ ਹੀ ਸਾਵਧਾਨੀ ਨਾਲ ਭਰਨਾ ਹੈ। ਉਮੀਦਵਾਰ ਵੱਲੋਂ ਅਸਾਮੀ ਲਈ ਕੇਵਲ ਅਪਲਾਈ ਕਰਨ ਜਾਂ ਉਸ ਨੂੰ ਦਸਤਾਵੇਜ਼ਾਂ ਲਈ ਸਕਰੂਟਨੀ ਦੇ ਬੁਲਾਏ ਜਾਣ ਨਾਲ ਹੀ ਕੋਈ ਨਿਯੁਕਤੀ ਦਾ ਅਧਿਕਾਰ ਨਹੀਂ ਹੋਵੇਗਾ। ਇਸ ਭਰਤੀ ਸੰਬੰਧੀ ਸਿੱਖਿਆ ਭਰਤੀ ਡਾਇਰੈਕਟਰੇਟ ਪੰਜਾਬ ਵੱਲੋਂ ਲਿਆ ਗਿਆ ਫੈਸਲਾ ਅੰਤਿਮ ਅਤੇ ਸਭ ਤੋਂ ਲਾਗੂ ਹੋਵੇਗਾ। ਯਾਨੀ ਕਿ ਜੋ ਵੀ ਅੰਤਿਮ ਅਤੇ ਪਹਿਲਾ ਫੈਸਲਾ ਹੈ ਉਹ ਪੰਜਾਬ
ਵਿਭਾਗ ਆਪਣਾ ਸਿੱਖਿਆ ਵਿਭਾਗ ਵਿੱਚ ਵੱਲੋਂ ਹੀ ਲਿਆ ਜਾਵੇਗਾ। ਉਮੀਦਵਾਰ ਵੱਲੋਂ ਆਪਣਾ ਮੋਬਾਈਲ ਨੰਬਰ, ਈਮੇਲ ਪਤਾ, ਆਪਣਾ ਬੈਂਕ ਖਾਤਾ ਨੰਬਰ, ਬੈਂਕ ਦਾ IFSC ਬ੍ਰਾਂਚ ਦਾ ਨਾਮ ਆਦਿ ਔਨਲਾਈਨ ਅਪਲਾਈ ਕਰਨ ਸਮੇਂ ਫਾਰਮ ਵਿੱਚ ਭਰਿਆ ਜਾਵੇ। ਤੁਸੀਂ ਆਪਣੀ ਸਾਰੀ ਡਿਟੇਲ ਜੋ ਵੀ ਫਾਰਮ ਵਿੱਚ ਔਨਲਾਈਨ ਮੰਗੀ ਗਈ ਹੈ ਸਾਰੀ ਭਰਨੀ ਹੈ, ਤਾਂ ਕਿ ਇਨ ਫਿਊਚਰ ਕੋਈ ਤੁਹਾਨੂੰ ਪ੍ਰੋਬਲਮ ਨਾ ਆਵੇ। ਪੰਜਾਬ ਦੇ ਵਸਨੀਕ ਵਿਕਲਾਂਗ ਉਮੀਦਵਾਰ ਵੱਲੋਂ ਉਪਰੋਕਤ ਅਨੁਸਾਰ ਉਹੀ ਫੀਸ ਜਮ੍ਹਾਂ ਕਰਵਾਈ ਜਾਵੇਗੀ ਜਿਸ ਵਰਗ ਸ਼੍ਰੇਣੀ ਨਾਲ ਉਹ ਸੰਬੰਧ ਰੱਖਦੇ ਹਨ। ਦਸਤਾਵੇਜ਼ਾਂ ਦੀ ਸਕਰੂਟਨੀ ਸਮੇਂ ਕੈਟਾਗਰੀ ਨਾਲ ਸੰਬੰਧ ਸਰਟੀਫਿਕੇਟ ਪੇਸ਼ ਕਰਨਾ ਲਾਜ਼ਮੀ ਹੈ। ਡਿਸੇਬਲ ਜੋ ਕੈਟਾਗਰੀ ਨਾਲ ਸੰਬੰਧਿਤ ਰੱਖਦੇ ਆ ਉਹ ਉਹੀ ਫੀਸ ਭਰਨ ਜੋ ਆਪਣੀ ਉਹ ਕੈਟਾਗਰੀ 'ਚ ਆਉਂਦੇ ਆ, ਅਤੇ ਜੋ ਵੀ ਉਹਨਾਂ ਦਾ ਵੈਲਿਡ ਆਪਣਾ ਡਾਕੂਮੈਂਟ ਹੈ ਉਹ ਉਹਨਾਂ ਨੂੰ ਸਕਰੂਟਨੀ ਵਿੱਚ ਲਿਜਾਣਾ ਵੀ ਲਾਜ਼ਮੀ ਹੈ। ਇਸ ਤੋਂ ਬਾਅਦ ਉਮੀਦਵਾਰ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਭਰਤੀ ਸੰਬੰਧੀ ਬਾਣਾ ਚੰਗੀ ਤਰ੍ਹਾਂ ਨਾਲ ਪੜ੍ਹਨ ਉਪਰੰਤ ਆਪ ਖੁਦ ਅਪਲਾਈ ਕਰਨ। ਆਪਣਾ ਫਾਰਮ ਆਪ ਹੀ ਭਰਿਓ ਜੀ, ਜਾਂ ਫਿਰ ਕਿਸੇ ਵਧੀਆ ਕੈਫੇ ਤੋਂ ਆਪਣਾ ਫਾਰਮ ਭਰਵਾਇਓ ਤਾਂ ਕਿ ਕੋਈ ਗਲਤੀ ਨਾ ਹੋਵੇ। ਇਹ ਕੁਛ ਬਾਕੀ ਗੱਲਾਂ ਨੇ ਜੋ ਤੁਸੀਂ ਇਹਨੂੰ ਦੇਖ ਕੇ ਪੜ੍ਹ ਸਕਦੇ ਹੋ, ਜਾਂ ਫਿਰ ਸਿੱਖਿਆ ਵਿਭਾਗ ਦੀ ਵੈਬਸਾਈਟ 'ਤੇ ਜਾ ਕੇ ਪੂਰਾ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਇਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਹੀ ਆਪਣਾ ਫਾਰਮ ਔਨਲਾਈਨ ਕਰਿਓ ਅਤੇ ਆਪਣੇ ਡਾਕੂਮੈਂਟ ਵਗੈਰਾ ਤਿਆਰ ਰੱਖਿਓ ਤਾਂ ਕਿ ਤੁਸੀਂ ਆਪਣਾ ਫਾਰਮ ਭਰ ਸਕਿਓ, ਕਿਉਂਕਿ ਸਮਾਂ ਇਹਨਾਂ ਨੇ 15 ਦਿਨ ਦਾ ਹੀ ਦਿੱਤਾ ਹੈ, ਤਾਂ ਡਾਕੂਮੈਂਟ ਵਗੈਰਾ ਪਹਿਲਾਂ ਹੀ ਰੈਡੀ ਕਰ ਲਓ। ਇਹ ਬੋਰਡ ਦੀ ਵੈਬਸਾਈਟ ਹੈ, ਇਹਦੇ ਜਾ ਕੇ ਤੁਸੀਂ ਆਪਣਾ ਫਾਰਮ ਔਨਲਾਈਨ ਕਰ ਸਕਦੇ ਹੋ। ਇਹ ਕੁਛ ਤਰੀਕਾ ਦੱਸਿਆ ਗਿਆ ਹੈ ਰਜਿਸਟ੍ਰੇਸ਼ਨ ਕਰਨਾ, ਉਸ ਤੋਂ ਬਾਅਦ ਲੌਗਇਨ ਕਰਕੇ ਸਾਰੀ ਡਿਟੇਲ ਭਰਨੀ, ਉਸ ਤੋਂ ਬਾਅਦ ਆਪਣੀ ਫੀਸ ਜਮ੍ਹਾਂ ਕਰਵਾਉਣੀ, ਫਿਰ ਕਨਫਰਮੇਸ਼ਨ ਤੋਂ ਬਾਅਦ ਪ੍ਰਿੰਟ ਆਪਣਾ ਸਾਂਭ ਕੇ ਰੱਖਿਓ। ਇਹ ਥੋੜ੍ਹਾ ਤਰੀਕਾ ਦੱਸਿਆ ਗਿਆ ਬਸ। ਓਕੇ ਜੀ, ਧੰਨਵਾਦ।